ਕੰਪਨੀ ਹੈ ਜਿਹੜੀ ਉਹਨਾਂ ਨਾਲ ਜਿਹੜਾ 2 ਮਹੀਨੇ ਪਹਿਲੇ ਹਟ ਗਈ, ਉਹਨੇ ਪਹਿਲੇ ਜਵਾਬ ਦੇ ਦਿੱਤਾ ਸੀਗਾ। ਉਸ ਤੋਂ ਬਾਅਦ ਜਿਹੜੀ ਦੂਜੀ ਕੰਪਨੀ ਹੈ ਕੋਈ ਵੀ ਉਹਨੂੰ ਸ਼ਰਤਾਂ ਦੇ ਨਾਲ ਹੀ ਲੈਣਾ ਪੈਂਦਾ। ਕਿਉਂ ਕਾਰਨ ਪਹਿਲੇ ਖਤਮ ਸਰ ਅਗਰ ਇੰਦੌਰ ਦੇ ਵਿੱਚ ਪੀਪੀ ਮੋੜ ਤੇ ਕੰਮ ਕਰਨ ਵਾਲੀ ਕੰਪਨੀ ਉਲਟਾ ਇੰਦੌਰ ਨੂੰ 1 ਕਰੋੜ 14 ਲੱਖ ਰੁਪਇਆ ਸक्षम नहीं है, ये स्मार्ट सिटी नहीं है। इस वास्ते अफसर भी गए सी, मेयर साहब भी गए सी, इंदौर जाके आए आ, ਉਹਦਾ ਪੈਟਰਨ ਦੇਖ ਕੇ ਆਏ ਆ। ਉਸ ਤੋਂ ਬਾਅਦ ਹੀ ਆਗੇ A to Z ਕੰਪਨੀ ਹੈ ਜਿਹੜੀ ਉਹਨਾਂ ਨੇ ਉਹਨਾਂ ਦਾ ਕਰਾਰ ਰੱਦ ਕੀਤਾ। ਉਹਨਾਂ ਦਾ ਕਰਾਰ ਰੱਦ ਕਰਨ ਤੋਂ ਬਾਅਦ ਦੂਸਰੀ ਕੰਪਨੀ ਨੂੰ ਉਹਨਾਂ ਨੇ ਕਿਹਾ ਬਾਅਦ ਵਿੱਚ ਟੈਂਡਰ ਲਗਾਏ ਆ, ਟੈਂਡਰ ਲੱਗੇ ਨਹੀਂ ਹੈ 3 ਵਾਰ। ਸਰ 6 ਮਹੀਨੇ ਲੱਗਣਗੇ ਜੇ ਆਦਮੀ ਮਰਦਾ ਪਿਆ ਹੋਵੇ, ਅਸੀਂ 6 ਮਹੀਨੇ ਲਾਵਾਂਗੇ। ਜੇ ਅਸੀਂ A to Z ਨੂੰ ਕਰਾਰ ਦੇਣ ਤੋਂ ਪਹਿਲੇ ਸਾਰਾ ਕੰਮ ਕੀਤਾ ਹੁੰਦਾ, ਇਹਦੇ ਤੇ ਪੂਰਾ ਕੰਮ ਕਰਕੇ ਉਹਨਾਂ ਨੂੰ ਕਰਾਰ ਦਿੱਤਾ ਹੁੰਦਾ। ਸਰ ਅੱਜ ਨਾ ਤਾਂ ਇਹੀ ਤਾਂ ਮੈਂ ਕਹਿੰਦਾ, ਅਧਿਕਾਰੀ ਤਾਂ ਕਾਰਪੋਰੇਸ਼ਨ ਦੇ ਹੋਈ ਸੀ, ਧਿਆਨ ਦਿੱਤਾ ਜੀ, ਅਧਿਕਾਰੀ ਤਾਂ ਹੋਈ ਸੀ, ਅਧਿਕਾਰੀ ਤਾਂ ਹੋਈ ਸੀ, ਨਗਰ ਨਿਗਮ ਦੇ ਅਧਿਕਾਰੀ ਤਾਂ ਹੋਈ ਸੀ। ਜਿਹੜੇ ਉਹ ਅਧਿਕਾਰੀ ਸੀਗੇ ਉਹਨਾਂ ਨੇ ਨਾ ਉਦੋਂ ਆਵਾਜ਼ ਚੁੱਕੀ ਨਾ ਹੁਣ ਆਵਾਜ਼ ਚੁੱਕੀ। ਜਦੋਂ ਤੱਕ ਅਧਿਕਾਰੀਆਂ ਦੀ ਸੈਲਰੀ ਸੀਜ਼ ਨਹੀਂ ਕੀਤੀ ਜਾਏਗੀ, ਜ਼ਿੰਮੇਦਾਰ ਅਧਿਕਾਰੀ ਕਿੱਥੇ ਹੈ? ਸਾਡੇ ਵੀਰ ਖੜੇ ਨੇ, ਮੀਡੀਆ ਵਾਲੇ ਵੀ ਖੜੇ ਨੇ, ਤੁਸੀਂ ਵੀ ਖੜੇ ਹੋ। ਸਰ ਮੀਡੀਆ ਦਾ ਫੋਕਸ ਤਾਂ ਡੈਮੋਕ੍ਰੇਸੀ ਹੈ, ਉਹ ਤਾਂ ਆਪਣਾ ਰੋਲ ਅਦਾ ਕਰ ਰਿਹਾ, ਲੇਕਿਨ ਅਧਿਕਾਰੀ ਕਾਰਪੋਰੇਸ਼ਨ ਗਲਾਡਾ ਉਹ ਕਿੱਥੇ ਹੈ? 6 ਮਹੀਨੇ ਤੋਂ ਹਰ ਰੋਜ਼ 1100 ਮੈਟ੍ਰਿਕ ਟਨ ਇਸ ਡੰਪ ਤੇ ਆ ਰਿਹਾ ਹੈ। 1100 ਮੈਟ੍ਰਿਕ ਟਨ ਜਰਾ ਸੋਚ ਕੇ ਦੇਖੋ। ਜਿਹੜੇ ਸਰਕਾਰ ਦੇ ਕਰਾਰ ਹੁੰਦੇ ਆ, ਜਿਹੜੇ ਸਰਕਾਰ ਦੀਆਂ ਗੱਲਾਂ ਹੁੰਦੀਆਂ, ਅਫਸਰ ਸਾਹਿਬਾਨ ਹੈ, ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਲਾਕੇ ਦੇ ਲੋਕਾਂ ਲਈ ਪਾਣੀ, ਇਲਾਕੇ ਦੇ ਲੋਕਾਂ ਲਈ ਪਾਣੀ ਪੀਣ ਨੂੰ ਨਹੀਂ ਹੁਣ ਰਹਿ ਗਿਆ। ਅਸੀਂ ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕਰਦੇ। ਪੂਰਾ ਲੁਧਿਆਣਾ ਦਾ ਪਾਣੀ ਜ਼ਹਿਰੀਲਾ ਹੋ ਜਾਏਗਾ। ਪਹਾੜ ਤਾਂ ਉਹ ਦਿਖਾਉਣ ਦਾ ਹੀ ਹੋਇਆ ਕਿ ਇਹ ਪਹਾੜ ਦਿੱਲੀ ਦੇ, ਜੀ ਹਾਂ ਦਿੱਲੀ ਦੇ ਜਦੋਂ ਕਰਨਾਲ ਬਾਈਪਾਸ ਆਉਂਦਾ ਹੈ ਉਸ ਤੋਂ ਵੱਡੇ ਪਹਾੜ ਨੇ। ਇਸ ਕੂੜੇ ਦੀ ਪ੍ਰੋਸੈਸਿੰਗ, ਜੀ ਹਾਂ ਜਿਹੜੀ ਪ੍ਰੋਸੈਸਿੰਗ ਸੀਗੀ ਜਿਹੜੇ ਜ਼ਿੰਮੇਦਾਰ ਅਧਿਕਾਰੀਆਂ ਨੇ ਕਰਨੀ ਸੀ ਜਾਂ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀਗਾ, ਮੈਂ ਕਹੂੰਗਾ ਨਾ ਉਹਨਾਂ ਨੇ ਅਧਿਕਾਰੀਆਂ ਨੇ ਜ਼ਿੰਮੇਵਾਰੀ ਨਿਭਾਈ ਨਾ ਉਸ ਠੇਕੇਦਾਰ ਨੇ ਠੇਕਾ ਨਿਭਾਇਆ। ਔਰ ਮੁਬਾਰਕਾਂ ਲੁਧਿਆਣੇ ਵਾਲਿਓ, ਲਗਭਗ 20-25 ਦਿਨ ਪਹਿਲਾਂ ਐਨਜੀਟੀ ਦੇ ਹੈੱਡ ਜਿਹੜੇ ਚੇਅਰਮੈਨ ਹੈ ਸਰਦਾਰ ਜਸਬੀਰ ਸਿੰਘ ਜੀ ਔਰ ਨਾਲ ਪੀਸੀਬੀ ਨੇ ਜਿਹੜੀ ਰਿਪੋਰਟ ਤਿਆਰ ਕੀਤੀ, ਉਹਦੇ ਵਿੱਚ ਰਿਪੋਰਟ ਦੇ ਵਿੱਚ ਕਲੀਅਰ ਕਰ ਦਿੱਤਾ ਗਿਆ ਕਿ ਹਾਂ ਵਾਕਈ ਇਸ ਏਰੀਏ ਦੇ ਤਾਜਪੁਰ ਰੋਡ ਦੇ ਡੰਪ ਦੇ ਨਾਲ ਲੱਗਦੇ ਏਰੀਏ ਦਾ 2 ਕਿਲੋਮੀਟਰ ਦੇ ਨਾਲ ਲੱਗਦੀ ਜਿੰਨੀ ਵੀ ਜ਼ਮੀਨ ਹੈ ਉਹ ਸਾਰੀ ਹੀ ਜ਼ਹਿਰੀਲੀ ਹੋ ਚੁੱਕੀ ਹੈ, ਪਾਣੀ ਪੀਣ ਦੇ ਲਾਇਕ ਨਹੀਂ। ਮੰਨ ਲਿਆ ਕਿ ਅੱਜ ਲੁਧਿਆਣੇ ਸ਼ਹਿਰ ਦੇ ਜ਼ਿਆਦਾਤਰ ਪੋਲੀਟੀਸ਼ੀਅਨ ਦੇ ਬੱਚੇ, ਅਧਿਕਾਰੀਆਂ ਦੇ ਬੱਚੇ, ਇੰਡਸਟਰੀ ਦੇ ਬੱਚੇ ਫੌਰਨ ਪੜ੍ਹਦੇ ਹੋਣਗੇ, ਲੇਕਿਨ ਕੀ ਤੁਹਾਡੇ ਦਫ਼ਤਰਾਂ 'ਚ ਕੰਮ ਕਰਨ ਵਾਲੇ ਲੋਕ, ਤੁਹਾਡੀ ਫੈਕਟਰੀ ਦੇ ਮੁਲਾਜ਼ਮ, ਮੈਨੇਜਰ, ਉਹਨਾਂ ਦੇ ਬੱਚੇ ਤੁਹਾਡੇ ਆਪਣੇ ਨਹੀਂ ਹੈ? ਸਾਰਿਆਂ ਦੀ ਜੋ ਵੀ ਗੱਲਬਾਤ ਹੁੰਦੀ ਹੈ ਉਹ ਡਾਕੂਮੈਂਟ ਨਾਲ ਹੁੰਦੀ ਹੈ, ਗੱਲਾਂ ਨਾਲ ਨਹੀਂ ਹੁੰਦੀ। A to Z ਨਾਲ ਜਦੋਂ ਕਰਾਰ ਕੀਤਾ ਗਿਆ ਸੀਗਾ ਉਦੋਂ ਇਸ ਡੰਪ ਵਾਸਤੇ, ਉਦੋਂ ਇਹਦੀ ਪੋਜੀਸ਼ਨ ਕੁਝ ਹੋਰ ਸੀ, ਲੇਕਿਨ ਹੁਣ ਇਸ ਟਾਈਮ ਪੋਜੀਸ਼ਨ ਇਹਦੀ ਹੋਰ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਲੁਧਿਆਣਾ ਟਾਈਮਸ ਤੇ ਮੈਂ ਹਾਂ ਸਨਮਜੀਤ ਸਿੰਘ ਪੱਲਾ। ਅਕਸਰ ਲੋਕ ਕਹਿੰਦੇ ਨੇ ਕਿ ਜਦੋਂ ਛੁੱਟੀਆਂ ਹੁੰਦੀਆਂ ਨੇ ਉਹ ਆਪਣੇ ਸ਼ਹਿਰ ਤੋਂ ਪਹਾੜਾਂ ਦੇ ਵੱਲ ਜਾਂਦੇ ਨੇ ਕਿ ਅਸੀਂ ਉੱਥੇ ਇੰਜੋਏ ਕਰਾਂਗੇ ਫੈਮਿਲੀ ਦੇ ਨਾਲ, ਪਰ ਹੁਣ ਉਹਨਾਂ ਨੂੰ ਪਹਾੜਾਂ ਤੇ ਲੁਧਿਆਣੇ ਦੇ ਖਾਸ ਕਰ ਲੋਕਾਂ ਨੂੰ ਦੂਰ ਜਾਣ ਦੀ ਲੋੜ ਨਹੀਂ, ਹਿਮਾਚਲ ਪ੍ਰਦੇਸ਼ ਜਾਣ ਦੀ ਲੋੜ ਨਹੀਂ, ਕਿਉਂਕਿ ਉੱਦਾਂ ਦੇ ਹੀ ਪਹਾੜ ਲੁਧਿਆਣਾ ਦੇ ਵਿੱਚ ਵੀ ਹੁਣ ਬਣ ਚੁੱਕੇ ਨੇ। ਤਸਵੀਰਾਂ ਤੁਸੀਂ ਦੇਖੋ, ਇਹ ਲੁਧਿਆਣੇ ਦੇ ਪਹਾੜ ਨੇ, ਪਰ ਇਹ ਸਾਫ਼ ਹਵਾ ਨਹੀਂ ਦਿੰਦੇ, ਇਹ ਗੰਦੀ ਹਵਾ ਦਿੰਦੇ ਨੇ, ਜਿਸ ਦੇ ਨਾਲ ਕਈ ਬਿਮਾਰੀਆਂ ਵੀ ਲੱਗ ਜਾਂਦੀਆਂ ਨੇ। ਪਿਛਲੇ ਕਈ ਸਾਲਾਂ ਤੋਂ ਲੁਧਿਆਣੇ ਸ਼ਹਿਰ ਦਾ ਸਾਰਾ ਕੂੜਾ ਇੱਥੇ ਸਿੱਟਿਆ ਜਾਂਦਾ ਅਤੇ ਕਈ ਸਾਲਾਂ ਦਾ ਕੂੜਾ ਇੱਥੇ ਸਿੱਟ ਕੇ ਇੱਥੇ ਕਰੀਬ ਜੋ ਪ੍ਰਸ਼ਾਸਨ ਦਾ ਦਾਅਵਾ 11 ਲੱਖ ਮੈਟ੍ਰਿਕ ਟਨ ਕੂੜਾ ਇੱਥੇ ਇਕੱਠਾ ਹੋ ਚੁੱਕਿਆ, ਜੋ ਪ੍ਰਸ਼ਾਸਨ ਦਾ ਦਾਅਵਾ, ਪਰ ਰਿਪੋਰਟਾਂ ਅਸਲੀ ਕੁਝ ਹੋਰ ਹੀ ਨੇ। ਜੋ ਇੱਥੇ ਲੋਕਾਂ ਦਾ ਕਹਿਣਾ ਕਿ ਇੱਥੇ ਘੱਟੋ ਘੱਟ 16 ਤੋਂ 17 ਲੱਖ ਮੈਟ੍ਰਿਕ ਟਨ ਕੂੜਾ ਇਕੱਠਾ ਹੋਇਆ। ਤਾਂ ਇੱਥੇ ਦੇ ਹਾਲਾਤ ਤੁਸੀਂ ਦੇਖੋ। A to Z ਕੰਪਨੀ ਦੇ ਕੋਲ ਲਿਫਟਿੰਗ ਅਤੇ ਪ੍ਰੋਸੈਸਿੰਗ ਦਾ ਠੇਕਾ ਸੀਗਾ, ਉਹ ਕੂੜੇ ਨੂੰ ਅਲੱਗ-ਅਲੱਗ ਕਰਕੇ ਉਸ ਦੀ ਪ੍ਰੋਸੈਸਿੰਗ ਕਰਦੇ ਸੀ ਅਤੇ ਖਾਦ ਬਣਾਉਂਦੇ ਸੀ, ਪਰ ਕੁਝ ਸਮਾਂ ਪਹਿਲਾਂ ਉਹ A to Z ਕੰਪਨੀ ਦੇ ਨਾਲ ਕਰਾਰ ਟੁੱਟ ਗਿਆ ਸੀਗਾ ਤੇ ਹੁਣ ਸਿਰਫ ਲਿਫਟਿੰਗ ਦਾ ਠੇਕਾ ਕਿਸੇ ਹੋਰ ਕੰਪਨੀ ਨੂੰ ਦਿੱਤਾ ਹੋਇਆ। ਪ੍ਰੋਸੈਸਿੰਗ ਜਿਹੜੀ ਹੈ ਕੂੜੇ ਦੀ ਨਹੀਂ ਹੋ ਰਹੀ। ਇੱਥੇ ਜਦੋਂ ਸਮਾਜ ਸੇਵੀ ਪਹੁੰਚੇ ਅਤੇ ਇਸ ਇਲਾਕੇ ਦੇ ਕਾਉਂਸਲਰ ਵੀ ਪਹੁੰਚੇ ਤਾਂ ਆਪਸ ਦੇ ਵਿੱਚ ਉਹਨਾਂ ਦੀ ਤਿੱਖੀ ਬਹਿਸ ਹੋਈ, ਜਿੱਥੇ ਕਾਉਂਸਲਰ ਸਾਹਿਬਾਨ ਦਾ ਇਹ ਤਰਕ ਸੀਗਾ ਕਿ ਉਹ A to Z ਕੰਪਨੀ ਦੇ ਨਾਲ ਉਹਨਾਂ ਨੇ ਕਰਾਰ ਤੋੜ ਦਿੱਤੇ ਨੇ ਅਤੇ ਛੇਤੀ ਹੀ ਟੈਂਡਰ ਲਗਾ ਕੇ ਪ੍ਰੋਸੈਸਿੰਗ ਜਿਹੜੀ ਹੈ ਇੱਥੇ ਸ਼ੁਰੂ ਕੀਤੀ ਜਾਏਗੀ। ਪਰ ਇਹ ਜਿਹੜਾ ਨਰਕ ਹੈ ਇਹ ਲੁਧਿਆਣੇ ਵਾਸੀਆਂ ਵਾਸਤੇ ਆ। ਇਹਦੇ ਇਸ ਇਲਾਕੇ ਦੇ 2 ਤੋਂ 3 ਕਿਲੋਮੀਟਰ ਦੇ ਏਰੀਏ ਦੇ ਵਿੱਚ ਕਈ ਕਲੋਨੀਆਂ ਵੀ ਬਣ ਰਹੀਆਂ, ਜਿੱਥੇ ਉਹਨਾਂ ਦੀਆਂ ਵੀ ਰਿਪੋਰਟਾਂ ਆਈਆਂ ਕਿ ਜ਼ਮੀਨ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ। ਤਾਂ ਹੁਣ ਉਸ ਸਮਾਜ ਸੇਵੀ ਅਤੇ ਕਾਉਂਸਲਰ ਦੇ ਵਿਚਕਾਰ ਜੋ ਬਹਿਸ ਹੋਈ ਹੈ, ਪਹਿਲਾਂ ਤੁਸੀਂ ਉਹ ਸੁਣ ਲਓ। ਲੁਧਿਆਣਾ ਸ਼ਹਿਰ ਜਿਹਨੂੰ ਕਿਹਾ ਜਾਂਦਾ ਹੈ, ਜਿਵੇਂ ਅੱਜ ਲੋਧੀ, ਜਿਹੜਾ ਲੋਧੀ ਕਿਲਾ ਉਹਦੇ ਨਾਮ ਤੋਂ ਲੁਧਿਆਣੇ ਸ਼ਹਿਰ ਦਾ ਨਾਮ ਰੱਖਿਆ ਗਿਆ ਸੀਗਾ। ਲੁਧਿਆਣਾ ਜਿਹਨੂੰ ਪੀਰਾਂ ਫਕੀਰਾਂ ਤੇ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ, ਇਹ ਪੰਜਾਬ ਨੂੰ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਕਿਹਾ ਜਾਂਦਾ ਤੇ 5 ਦਰਿਆਵਾਂ ਦਾ ਰਾਜਾ ਯਾਨੀ ਕਿ ਪੰਜਾਬ ਨੂੰ ਕਿਹਾ ਜਾਂਦਾ ਤੇ ਲੁਧਿਆਣਾ ਉਸੇ 5 ਦਰਿਆਵਾਂ ਦੇ ਰਾਜੇ ਪੰਜਾਬ ਦਾ ਇੱਕ ਸ਼ਹਿਰ ਹੈ। ਇੱਕ ਐਸਾ ਸ਼ਹਿਰ ਜਿਹੜਾ ਅੱਜ
ਕਿਸ ਕਗਾਰ ਤੇ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਲੇਕਿਨ ਉਸ ਤੋਂ ਪਹਿਲਾਂ ਕਿ ਮੈਂ ਉਸ ਮੁੱਦੇ ਬਾਰੇ ਗੱਲ ਕਰਾਂ, ਮੈਂ ਕੁਝ ਰਿਪੋਰਟਾਂ ਜਿਹੜੀਆਂ ਕਿ ਪੰਜਾਬ ਪੋਲਿਊਸ਼ਨ ਬੋਰਡ ਜਾਂ NGT ਵੱਲੋਂ ਜਿਹੜੀਆਂ ਜਾਰੀ ਕੀਤੀਆਂ ਗਈਆਂ, ਕੁਝ ਆਰਟੀਕਲ ਜਿਹੜੇ ਬੀਤੇ ਦਿਨੋਂ ਅਖਬਾਰ 'ਚ ਲੱਗੇ ਸੀ, ਮੈਂ ਉਹਨਾਂ ਦੀ ਕੁਝ ਹੈਡਿੰਗ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। 22 ਤਾਰੀਖ ਪਿਛਲੇ ਮਹੀਨੇ ਦੀ 22 ਤਾਰੀਖ ਨੂੰ ਉਹ 24 ਤਾਰੀਖ ਦੇ ਇਹ ਕਟਿੰਗਸ ਹੈ, ਇਹ ਹੈਡਿੰਗਸ ਹੈ। ਜਿਵੇਂ ਕਿ ਮੈਂ ਦੱਸਣਾ ਚਾਹੁੰਦਾ ਕਿ ਪੋਲਿਊਸ਼ਨ ਬੋਰਡ ਦੀ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਜਾਂਦਾ ਹੈ ਕਿ ਤਾਜਪੁਰ ਰੋਡ ਦੇ 2 ਕਿਲੋਮੀਟਰ ਦੇ ਇਲਾਕੇ ਦਾ ਜਿਹੜਾ ਪਾਣੀ ਹੈਗਾ ਵਾ ਉਹ ਜ਼ਹਿਰੀਲਾ ਹੋ ਚੁੱਕਿਆ ਹੋਇਆ। ਜੀ ਹਾਂ, ਜ਼ਹਿਰੀਲਾ ਹੋ ਚੁੱਕਿਆ ਹੋਇਆ ਵਾ। ताजपुर रोड पे जरा 2 किलोमीटर का एरिया है। डंप साइट के साथ लगते इलाकों में समर्सिबल पंप किए जाएंगे सील। निगम पानी की करेगा व्यवस्था। पिछले 9 सालों में कूड़े की प्रोसेसिंग का नाम A to Z को 137 करोड़ रुपया नगर निगम अदा कर चुका है, लेकिन प्रोसेसिंग नाम मात्र। संभावित इलाकों में निपटने के लिए ट्यूबवेल लगाने की रणनीति पर किया जाने लगेगा गौर। जी हाँ, आज जिस जगह ते असीं मौजूद हाँ दोस्तों, ये उही जगह है। ये ताजपुर रोड के उत्ते तुसीं दूर दूर तक जिथे जिथे तुहाडी नज़र जाएगी, दूर दूर तक जिथे तुहाडी नज़र जाएगी, तुहानूं सिर्फ कूड़ा ही कूड़ा नज़र आएगा। ये कूड़ा सिर्फ प्रशासन का तो है नहीं, इस कूड़ा सिर्फ अधिकारियों का है नहीं, ये कूड़ा लुधियाने के हर एक घर दे विचों निकलिया होया कूड़ा है। लेकिन इस कूड़े की प्रोसैसिंग, जी हाँ, जी प्रोसैसिंग सी जो जिम्मेदार अधिकारियों ने करनी सी या जी कंपनी को ठेका दिता गया सीगा, मैं कहूँगा ना उन्होंने अधिकारियों ने जिम्मेदारी निभाई, ना उस ठेकेदार ने ठेका निभाया। मैं गल करना चाहना A to Z कंपनी का, जिन्हें 9 सालों के साढ़े को नगर निगम को 137 करोड़ रुपया साढ़े तो लिता, लेकिन प्रोसैसिंग, जी हाँ प्रोसैसिंग, मैं अगे भी दस चुकिया होया वा कि 2 चीज़ां लिफ्टिंग जिहड़ियां वार्ड दे विचों 95 वार्डां दे विचों जिहड़ी ਵੱਖ-ਵੱਖ वार्डां दे विचों कूड़ा गड्डियां चक्के इत्थे लैके आंदियां, इत्थे सुੱਟਦੀਆਂ वा, ਉਹਨੂੰ ਕਹਿੰਦੇ ਆ लिफ्टिंग। ਤੇ ਇਸ ਜਗ੍ਹਾ ਦੇ ਉੱਤੇ ਉਹ ਦੂਰ ਚਿਮਨੀ ਜਿਹੜੀ ਤੁਸੀਂ ਦੇਖ ਰਹੇ ਹੋ, ਉੱਥੇ ਪਲਾਂਟ ਲੱਗਿਆ ਹੋਇਆ ਪ੍ਰੋਸੈਸਿੰਗ ਦਾ, ਲੇਕਿਨ ਉਹ ਪਲਾਂਟ ਦੀਆਂ ਮਸ਼ੀਨਾਂ ਅੱਜ ਸਿਰਫ ਕਹਿਣ ਨੂੰ ਮਸ਼ੀਨਾਂ ਵਾ, ਜੰਗਾਲੀਆਂ ਪਈਆਂ ਵਾ। ਕੰਪਨੀ ਦਾ ਦਾਅਵਾ ਸੀ ਕਿ ਅਸੀਂ ਇੱਥੇ ਪ੍ਰੋਸੈਸਿੰਗ ਕਰਦੇ ਆ, ਅਸੀਂ ਖਾਦ ਬਣਾਉਂਦੇ ਆ, ਅਸੀਂ RDF ਨਾਮਕ ਫਿਊਲ ਬਣਾ ਕੇ ਵੇਚਦੇ ਆ, ਲੇਕਿਨ ਕੱਖ ਨਹੀਂ ਹੋ ਰਿਹਾ। ਔਰ 4 ਫਰਵਰੀ ਤੋਂ A to Z ਜਿਹੜੀ ਕੰਪਨੀ ਹੈਗੀ ਹੈ ਉਹ करार खत्म कर चुकी है, काम छड़ चुकी है नगर निगम तो, और लगभग 5 ਤੋਂ 6 महीने तो सिर्फ लिफ्टिंग जरूर हो रही है, लेकिन प्रोसैसिंग नहीं हो रही। मैं ये गल्लां तुहाडे नाल इसलिए जिक्र करदा पिया वां क्योंकि अज इस कूड़े दे करके जो लुधियाने शहर दी हालात आने वाले टाइम 'ਚ होर बदतर होएगी। असीं अपने विरासत दे विच अपनी अगली जनरेशन नूं की दे के जा रहे हैं। मैं गल करना चाहना लुधियाने शहर के इंडस्ट्रीलिस्टां नूं, मैं गल करना चाहना लुधियाने शहर के सारे पॉलिटिशियंस नूं, मैं गल पुछना चाहना लुधियाने शहर के हर एक अधिकारी नूं, चाहे वो नगर निगम का अधिकारी होवे, चाहे वो गलाडा का होवे, चाहे पोल्यूशन बोर्ड का अधिकारी हो, मैं सारे का नाम इसलिए लिता, मैं उस मुद्दे पर भी आना चाहूँगा। लेकिन उस तो पहला मैं दसना चाहूँगा कि अज तो 6 महीने पहला जो इसी जगह के उत्ते मैं आके गल कही सी कि जो पानी इन्हां कूड़े के पहाड़ों में सिमदा होएगा तो वह मिट्टी नूं जहरीला करता होएगा, जमीन नूं जहरीला करता होएगा, वो इत्थों के पानी नूं आबो हवा नूं जहरीला करता होएगा। और मुबारकां लुधियाने वालिओ, लगभग 20-25 दिन पहला NGT के हैड जिहड़े चेयरमैन है सरदार जसबीर सिंह जी और नाल PCB ने जिहड़ी रिपोर्ट तैयार की, उहदे विच रिपोर्ट दे विच क्लीयर कर दिता गया कि हाँ वाकई इस एरिए दे ताजपुर रोड के डंप के नाल लगते एरिए का 2 किलोमीटर के नाल लगती जिन्नी भी जमीन है वो सारी ही जहरीली हो चुकी है, पानी पीने के लायक नहीं रहा। जो कॉरपोरेशन के OM सैल के अधिकारी रजिंदर जी ने मेरी गल हुई तो उन्होंने कहना सीगा कि गौरव जी जमीन जिहड़ी नाल लगती जमीन है सिर्फ 100 फुट तक पानी जहरीला होया है, लेकिन साडे ट्यूबवेल जिहड़े हैगे ना वो 200 फुट गहरे लगे है, मतलब कि 60 तो 70 मीटर गहरे लगे हुए हैं। 25-30 मीटर ना कोई फर्क नहीं पैंदा। मैं कहा जनाब 100 फुट तक तो फर्क पै गया होया है, ठीक है, तो इहदी की गारंटी है कि आने वाले टाइम दे विच 200 300 400 फुट पानी होर जहरीला नहीं होएगा। 1100 मैट्रिक टन पिछले 6 महीने तो कूड़ा इत्थे रह के सुट्टिया जा रहा है। बरसात का सीजन आने वाला है, प्रोसैसिंग हो नहीं रही। नैपरा नामक PP मोड़ तक काम करने वाली कंपनी जे इंदौर दे विच कंपनी नूं 1 करोड़ 14 लाख रुपया उल्टा कूड़े की प्रोसैसिंग करन दा कंपनियां दे सकदियां, तो साडे लुधियाने नूं इहो जी कंपनियां क्यों नहीं मिलदी पईयां? क्यों इन्नी देरी की जा रही है? क्यों लोगों नूं मौत दे मैं कहूँगा इन्हां पहाड़ां दे उत्ते बिठाया जा रहा है? सानूं हैरानी हुंदी है कि की जवाब देना चाहते हैं, की गल करना चाहते हैं। उहदे नाल जिन्ना जिम्मेदार मैं कहूँगा कॉरपोरेशन के अधिकारी है, उन्ने ही जिम्मेदार गलाडा, जी हाँ गलाडा वा। गलाडा इनसे नाल इस जगह के नाल लगदी हुई कलोनियां, इन्नियां को कलोनियां, इन्ने को मकान इत्थे बन रहे जिहड़े बन चुके हुए उन्हां बारे तो मैं की कहां। लेकिन परसों जो मैं गलाडा के अधिकारियों भुपिंदर जी नाल या इस एरिया के SDO नरेश जी उन्हां नाल गल करनी चाहिए
ਤਾਂ ਉਸ ਤੋਂ ਉੱਪਰ ਸੀਨੀਅਰ ਗਿੱਲ ਸਾਹਿਬ ਨੇ ਜਦੋਂ ਗੱਲ ਕੀਤੀ, ਗਿੱਲ ਸਾਹਿਬ ਨੂੰ ਤਾਂ ਸ਼ਾਇਦ ਮੁੱਦਾ ਹੀ ਨਹੀਂ ਪਤਾ ਸੀ, ਲੇਕਿਨ ਭੁਪਿੰਦਰ ਜੀ ਹੋਣਾ ਕਹਿਣਾ ਸੀਗਾ ਕਿ ਗੌਰਵ ਜੀ ਅਸੀਂ ਕਾਰਵਾਈ ਕਰਾਂਗੇ। ਮੈਂ ਕਿਹਾ ਸਰ ਇਹ ਗੱਲ ਤਾਂ ਤੁਸੀਂ ਆਰਟੀਕਲ ਲੱਗਣ ਵੇਲੇ ਵੀ ਕਹੀ ਸੀਗੀ, ਪਿਛਲੇ ਮਹੀਨੇ ਵੀ ਕਹੀ ਸੀਗੀ, ਲੇਕਿਨ ਕਾਰਵਾਈ ਨਹੀਂ ਹੋਈ। ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਕੱਲ ਇਸ ਏਰੀਆ ਦੇ ਨਾਲ ਲੱਗਦੀਆਂ, ਬਿਲਕੁਲ ਇਸ ਕੂੜੇ ਦੇ ਡੰਪ ਦੇ ਨਾਲ ਲੱਗਦੀਆਂ 2 ਕਲੋਨੀਆਂ ਉੱਤੇ ਕਾਰਵਾਈ ਕੀਤੀ ਗਈ। ਕਿਸ ਡਰ ਨਾਲ ਕੀਤੀ ਗਈ, ਕਿਉਂ ਕੀਤੀ ਗਈ, ਕਿ ਜਦੋਂ ਤੱਕ ਕੋਈ ਆਦਮੀ ਆਵਾਜ਼ ਨਹੀਂ ਚੁੱਕੇਗਾ ਉਦੋਂ ਤੱਕ ਕਾਰਵਾਈ ਨਹੀਂ ਹੋਏਗੀ। ਅੱਜ ਲੁਧਿਆਣਾ ਸ਼ਹਿਰ ਇਸ ਕੂੜੇ ਦੇ ਡੰਪ ਦੇ ਕਰਕੇ ਜਿਸ ਕਗਾਰ ਤੇ ਪਹੁੰਚਿਆ ਹੋਇਆ ਆਪਾਂ ਸੋਚ ਵੀ ਨਹੀਂ ਸਕਦੇ। ਮੈਂ ਗਲਾਡਾ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਦੇਖੋ ਕਿ ਪਹਿਲਾਂ ਤਾਂ ਇਸ ਏਰੀਆ ਟਿਊਬਲ ਕੋਈ ਵੀ ਲੱਗਣਾ ਨਹੀਂ ਚਾਹੀਦਾ, ਕਿਉਂਕਿ 2 ਕਿਲੋਮੀਟਰ ਦਾ ਪਾਣੀ ਦੂਸ਼ਿਤ ਹੋ ਚੁੱਕਿਆ ਹੋਇਆ ਹੈ ਔਰ ਕਾਰਪੋਰੇਸ਼ਨ ਨੇ ਜਿਹੜੀ ਐਨਜੀਟੀ ਨੇ ਹੱਦ ਦਿੱਤੀ ਸੀ, ਨਸੀਹਤਾਂ ਦਿੱਤੀਆਂ ਸੀਗੀਆਂ, ਉਹਦੇ ਤੇ ਕੋਈ ਅਮਲ ਨਹੀਂ ਹੋਇਆ ਔਰ ਐਨਜੀਟੀ ਨੇ ਇਹਨਾਂ ਨੂੰ ਫਾਈਨ ਲਗਾਇਆ। ਬੈਂਕ ਜਿਹੜਾ ਸੀਗਾ, ਬੈਂਕ ਦੇ ਉੱਤੇ ਇਹਨਾਂ ਦੇ 5 ਲੱਖ ਰੁਪਏ ਪਹਿਲਾਂ ਵੀ ਇਹਨਾਂ ਨੂੰ ਜੁਰਮਾਨਾ ਲਾ ਚੁੱਕਿਆ। ਐਸਕੀ ਫਿਰ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਪ੍ਰੋਸੈਸਿੰਗ ਨਹੀਂ ਕੀਤੀ 5 ਲੱਖ ਰੁਪਏ ਹੋਰ ਤੁਹਾਡੇ ਅਕਾਊਂਟ ਵਿੱਚੋਂ ਲਿੱਤਾ ਜਾਏਗਾ। ਲੇਕਿਨ ਮੈਂ ਸਰਦਾਰ ਜਸਬੀਰ ਜੀ ਨੂੰ ਕਹਿਣਾ ਚਾਹੁੰਦਾ ਕਿ ਕਦੋਂ ਤੱਕ ਨਗਰ ਨਿਗਮ ਦੇ ਜਾਂ ਹੋਰ ਡਿਪਾਰਟਮੈਂਟਾਂ ਦੇ ਅਕਾਊਂਟਾਂ ਨੂੰ ਇਸ ਤਰ੍ਹਾਂ ਹੀ ਅਸੀਂ ਉਹਨਾਂ 'ਚ ਪੈਸੇ ਲੈਂਦੇ ਰਵਾਂਗੇ। ਉਹ ਪੈਸਾ ਤਾਂ ਜਨਤਾ ਦਾ, ਉਹ ਪੈਸਾ ਤਾਂ ਟੈਕਸਾਂ ਦਾ ਹੈ। ਜਦੋਂ ਤੱਕ ਜ਼ਿੰਮੇਦਾਰ ਅਧਿਕਾਰੀਆਂ ਦੇ ਉਹਨਾਂ ਦੀ ਸੈਲਰੀ ਸੀਜ਼ ਨਹੀਂ ਕੀਤੀ ਜਾਏਗੀ, ਉਹ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਿਭਾਉਣਗੇ, ਮੈਂ ਨਹੀਂ ਸਮਝਦਾ ਕਿ ਇਹ ਨਸੂਰ ਖਤਮ ਹੋਣਗੇ। ਦਿੱਲੀ ਦੀ ਇੱਕ ਨਿੱਜੀ ਕੰਪਨੀ ਨਾਲ ਜਦੋਂ ਮੇਰੀ ਗੱਲ ਹੋਈ ਤਾਂ ਉਸ ਕੰਪਨੀ ਦਾ ਕਹਿਣਾ ਸੀਗਾ ਕਿ ਸਰ ਜੇ 20 ਲੱਖ ਮੈਟ੍ਰਿਕ ਟਨ ਕੂੜਾ ਜਿੰਨਾ ਤੁਸੀਂ ਦੱਸਦੇ ਪਏ ਹੋ ਇਸ ਜਗ੍ਹਾ ਤੇ ਮੌਜੂਦ ਹੈ, ਅਗਰ ਉਹਨੂੰ ਖਤਮ ਕਰਨਾ ਨਾ ਤਾਂ ਦਿਨ ਰਾਤ ਵੀ ਅਗਰ ਮਸ਼ੀਨਰੀ ਪ੍ਰੋਸੈਸਿੰਗ ਦੀ ਚੱਲੇਗੀ ਦਿਨ ਰਾਤ ਤਾਂ ਵੀ 5-6 ਸਾਲ ਲੱਗਣਗੇ। ਜਰਾ ਸੋਚ ਕੇ ਦੇਖੋ ਕਿ ਅਸੀਂ ਆਉਣ ਵਾਲੀ ਨਸਲਾਂ ਨੂੰ ਕੀ ਦੇ ਕੇ ਜਾ ਰਹੇ ਹਾਂ। ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਸਾਨੂੰ ਜਦੋਂ ਪੁੱਛੇਗੀ, ਅਸੀਂ ਚਾਹੁੰਦੇ ਸਾਡੇ ਬੱਚੇ ਡਾਕਟਰ, ਇੰਜੀਨੀਅਰ, ਵਕੀਲ ਬਣਨ, ਲੇਕਿਨ ਜਦ ਉਹਨਾਂ ਨੂੰ ਬਣਨ ਵਾਸਤੇ 15-20 ਸਾਲ ਲੱਗਣਗੇ, ਉਦੋਂ ਤੱਕ ਉਹ ਜ਼ਿੰਦਾ ਰਹਿਣਗੇ ਜਦੋਂ ਪੰਜਾਬ ਦੀ ਆਬੋ ਹਵਾ ਹੀ ਵਿਗੜ ਗਈ। ਅੱਜ ਪਾਣੀ, ਕਿਉਂਕਿ ਪੰਜਾਬ ਨੂੰ ਮੈਂ ਜਿਵੇਂ ਪਹਿਲਾਂ ਵੀ ਕਿਹਾ ਵਾ ਕਿ 5 ਦਰਿਆਵਾਂ ਦਾ ਰਾਜਾ, ਪਾਣੀ ਪੰਜਾਬ ਦਾ ਕਿਸ ਹਾਲਤ ਤੇ ਹੈ, ਲੁਧਿਆਣੇ ਸ਼ਹਿਰ ਦੀ ਕਿਸ ਹਾਲਤ ਤੇ ਹੈ, ਉਹ ਦਿਨ ਦੂਰ ਨਹੀਂ ਜੇ ਅੱਜ 2 ਕਿਲੋਮੀਟਰ ਦਾ ਪਾਣੀ ਜ਼ਹਿਰੀਲਾ ਹੋਇਆ ਵਾ, ਫਿਰ 4, ਫਿਰ 8, ਫਿਰ 12, ਫਿਰ 16, ਇਹਨਾਂ ਦਾ ਲੁਧਿਆਣਾ ਕਹਾਣੀ ਖਤਮ ਹੋ ਗਿਆ ਜ਼ਹਿਰੀਲਾ। ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਲੁਧਿਆਣੇ ਦੇ ਇੰਡਸਟਰੀਲਿਸਟ, ਲੁਧਿਆਣੇ ਦੇ ਖਾਸ ਕਰ ਮੈਂ ਕਹਿਣਾ ਚਾਹੁੰਦਾ ਵਾ, ਅਸੀਂ ਇੱਕ ਨਸੂਰ ਦੀ ਗੱਲ ਪਹਿਲਾਂ ਕਰਦੇ ਸੀਗੇ ਕਿ ਉਹ ਨਸੂਰ ਹੈਗਾ ਵਾ ਗੰਦਾ ਨਾਲਾ। ਕਿੰਨੇ ਕੁ ਪੈਸੇ ਅਸੀਂ ਗੰਦੇ ਨਾਲੇ ਵਾਸਤੇ ਪ੍ਰੋਜੈਕਟਾਂ ਨੇ ਲੈ ਕੇ ਆਵਾਂਗੇ। ਲੋਕੀ ਤਾਂ ਕਹਿੰਦੇ ਆ ਕਿ ਗੰਦੇ ਨਾਲਾ ਜੇ ਸਾਫ਼ ਹੋ ਗਿਆ ਨਾ ਭਾਜੀ ਤਾਂ ਫਿਰ ਰਾਜਨੀਤੀ ਕਹਿੰਦੇ ਤੇ ਹੋਊਗੀ। ਇਹ ਗੰਦੇ ਨਾਲੇ ਤੋਂ ਵੱਡਾ ਨਸੂਰ ਹੈ। ਜੇ ਇਸ ਨਸੂਰ ਦੇ ਉੱਤੇ ਕੋਈ ਐਕਸ਼ਨ ਜਲਦ ਤੋਂ ਜਲਦ ਨਾ ਲਿੱਤਾ ਗਿਆ ਤਾਂ ਮੈਂ ਨਹੀਂ ਸਮਝਦਾ ਕਿ ਲੁਧਿਆਣੇ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈਗੀ ਹੈ, ਅੱਜ ਜ਼ਰੂਰਤ ਹੈ ਗਲਾਡਾ ਨੂੰ ਤੇ ਕਾਰਪੋਰੇਸ਼ਨ ਨੂੰ ਮਿਲ ਕੇ ਕੰਮ ਕਰਨ ਦੀ। ਅੱਜ ਜ਼ਰੂਰਤ ਹੈ ਇੱਕ ਤਾਲਮੇਲ ਦਿਖਾਉਣ ਦੀ। ਗਲਾਡਾ ਕਹਿੰਦਾ ਕਾਰਪੋਰੇਸ਼ਨ ਕਹਿੰਦਾ ਗਲਾਡਾ, ਪਿਸਦੀ ਹੈ ਜਨਤਾ। ਲੁਧਿਆਣਾ ਸ਼ਹਿਰ ਅੱਜ ਇਸ ਕਗਾਰ ਤੇ ਹੈਗਾ। ਉਹਦੇ ਨਾਲ ਮੈਂ ਕੁਝ ਕੁਐਸਚਨਸ ਮੈਂ ਕਹਿਣਾ ਚਾਹੁੰਦਾ। ਕੁਐਸਚਨਸ ਕਾਦੇ, ਮੇਰੇ ਨਾਲ ਬੜੇ ਯਾਦ ਨੇ ਇਸ ਏਰੀਆ ਦੇ ਕਾਉਂਸਲਰ ਪਾਰਸ਼ਦਪਤੀ ਸਤੀਸ਼ ਜੀ ਖੜੇ ਆ। ਸਤੀਸ਼ ਜੀ, ਨਗਰ ਨਿਗਮ ਨੇ ਪਿਛਲੀ ਵਾਰੀ ਐਨਜੀਟੀ ਨੇ ਕਿਹਾ ਸੀ ਕਿ ਕੰਮ ਕਰਨੇ ਆ। ਇਹ 4 ਚੀਜ਼ਾਂ ਵਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਨगर निगम अधिकारियों ने काम किए। वो गल्ला वह डंप के साथ लगते इलाकों में सबमर्सिबल पंप किए जाएं सील, कि कोई पंप सील हुए। निगम ने कहा था हम बड़े ट्यूबवेल द्वारा इलाकों में लोगों को पानी सप्लाई देंगे, कि कोई पानी दिता गया। अगर किसी इलाके में हैंडपंप लगे हैं तो निगम के एरिया काउंसिल बताएं कि एरिया की वाटर लाइन कितने पानी है, की व्यवस्था हुई। संभावित इलाकों में निपटने के लिए नगर नए ट्यूबवेल लगाने की रणनीति पर भी गौर किया जाएगा। हैल्थ डिपार्टमेंट के स्वाति टवाणा मैडम, मैं ਜਿਹੜੇ ਜ਼ਿੰਮੇਦਾਰ ਵੀ ਮੈਂ ਕਹੂੰਗਾ ਅਧਿਕਾਰੀ ਹੈਗੇ, ਉਹਦੇ ਨਾਲ ਜਿਹੜੇ ਮਲਹੋਤਰਾ ਸਾਹਿਬ ਹੈਗੇ ਆ, OM ਦੇ ਰਜਿੰਦਰ ਜੀ, ਔਰ ਪੋਲਿਊਸ਼ਨ ਬੋਰਡ ਤੋਂ ਸੰਦੀਪ ਬਹਿਲ ਜੀ ਜਿਹੜੇ ਸੀਨੀਅਰ এনवायरमेंट ਇੰਜੀਨੀਅਰ ਹੈਗੇ ਆ, ਔਰ ਗਲਾਡਾ ਤੋਂ, ਜੀ ਹਾਂ ਗਲਾਡਾ ਤੋਂ ਗਿੱਲ ਸਾਹਿਬ, ਭੁਪਿੰਦਰ ਜੀ, ਆਸ਼ੀਸ਼ ਜੀ, ਰਾਜੇਸ਼ ਜੀ, ਪਰਮਿੰਦਰ ਜੀ ਔਰ ਮੈਡਮ ਸੋਨਮ ਜੀ, ਜਿੰਨੇ ਵੀ ਅਧਿਕਾਰੀ ਜੁੜੇ ਹੋਏ, ਜਦ ਤੱਕ ਅਸੀਂ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਾਂਗੇ, ਇਹ ਲੁਧਿਆਣੇ ਸ਼ਹਿਰ ਦੇ ਵਿੱਚ ਮੰਨ ਲਿਆ ਕਿ ਅੱਜ ਲੁਧਿਆਣੇ ਸ਼ਹਿਰ ਦੇ ਜ਼ਿਆਦਾਤਰ ਪੋਲੀਟੀਸ਼ੀਅਨ ਦੇ ਬੱਚੇ, ਅਧਿਕਾਰੀਆਂ ਦੇ ਬੱਚੇ, ਇੰਡਸਟਰੀ ਦੇ ਬੱਚੇ ਫੋਰਨ ਪੜ੍ਹਦੇ ਹੋਣਗੇ, ਲੇਕਿਨ ਕੀ ਤੁਹਾਡੇ ਦਫ਼ਤਰਾਂ 'ਚ ਕੰਮ ਕਰਨ ਵਾਲੇ ਲੋਕ, ਤੁਹਾਡੀ ਫੈਕਟਰੀ ਦੇ ਮੁਲਾਜ਼ਮ, ਮੈਨੇਜਰ, ਉਹਨਾਂ ਦੇ ਬੱਚੇ ਤੁਹਾਡੇ ਆਪਣੇ ਨਹੀਂ ਹੈ? ਅਸੀਂ ਉਹਨਾਂ ਵਾਸਤੇ ਤਾਂ ਸੋਚ ਲਈਏ। ਲੁਧਿਆਣੇ ਸ਼ਹਿਰ ਦੇ ਆਮ ਆਦਮੀ ਨੂੰ ਅਸੀਂ ਕਿਸ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ, ਪ੍ਰੋਸੈਸਿੰਗ ਨਾ ਮਾਤਰ ਹੈ, ਮਸ਼ੀਨਰੀ ਬਿਲਕੁਲ ਨਹੀਂ ਚੱਲਦੀ ਪਈ, ਜੰਗਾਲੀ ਪਈ ਹੈ। ਔਰ ਮੈਡਮ ਸਵਾਤੀ ਟਵਾਣਾ ਦਾ ਕਹਿਣਾ ਹੈ ਕਿ 100 ਕਰੋੜ ਰੁਪਏ ਚਾਹੀਦਾ ਵਾ, ਜੇ ਸਿਸਟਮ ਨਹੀਂ ਚਾਹੀਦਾ ਕਿੱਥੋਂ ਲੈ ਕੇ ਆਈਏ? ਤੁਸੀਂ ਗੱਲ ਕਰਨੀ ਹੈ ਤਾਂ ਸੀਨੀਅਰਸ ਨਾ ਕਰੋ, ਬੜਿਆਂ ਨਾਲ ਕਰੋ। ਇਹਦਾ ਜਵਾਬ ਮੈਂ ਚਾਹੁੰਦਾ ਜਦੋਂ ਤੱਕ ਲੋਕ ਨਹੀਂ ਜਾਗਣਗੇ, ਜੇ ਹੁਣ ਅਸੀਂ ਨਹੀਂ ਜਾਗੇ, ਆਪਣਾ ਜ਼ਮੀਰ ਨਹੀਂ ਜਗਾਇਆ, ਤਾਂ ਉਹ ਦਿਨ ਦੂਰ ਨਹੀਂ ਜਦੋਂ ਲੁਧਿਆਣੇ ਦੀ ਹਾਲਤ ਬੁਰੀ ਹੋਏਗੀ। ਮੈਂ ਸਰ ਆ ਕੁਐਸਚਨ ਜਿਹੜੀ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ, ਮੈਂ ਜਾਣਨਾ ਚਾਹੂੰਗਾ ਸਰ, ਕਾਰਡੀਓ ਤੁਸੀਂ ਮੈਂ ਜਾਣਨਾ ਚਾਹੂੰਗਾ ਕਿ ਸਰ ਨਗਰ ਨਿਗਮ ਵੱਲੋਂ ਇਹ ਚੀਜ਼ਾਂ ਕੀਤੀਆਂ ਗਈਆਂ, ਤੁਸੀਂ ਇਸ ਏਰੀਆ ਦੇ ਪਾਰਸ਼ਦ ਹੋ, ਕਾਉਂਸਲਰ ਹੋ, ਮੈਂ ਜਾਣਨਾ ਚਾਹੂੰਗਾ ਕਿ ਸਰ ਅੱਜ ਜਨਤਾ ਤੁਹਾਡੇ ਕੋਲ ਜਵਾਬ ਮੰਗਦੀ ਹੈ, ਅੱਜ ਲੁਧਿਆਣੇ ਦੇ ਲੋਕ ਜਵਾਬ ਮੰਗਦੇ ਆ। ਸਰ ਨਾਲੋਂ ਤੋਂ ਪਹਿਲੇ ਮੈਂ ਤੁਹਾਨੂੰ ਸਾਰਿਆਂ ਨੂੰ ਆਗਾਹ ਕਰ ਦੇਣਾ ਚਾਹੁੰਦਾ, ਸਰਕਾਰਾਂ ਦੇ ਜੋ ਵੀ ਫੈਸਲੇ ਹੁੰਦੇ ਆ, ਸਰਕਾਰਾਂ ਦੀ ਜੋ ਵੀ ਗੱਲਬਾਤ ਹੁੰਦੀ ਆ, ਉਹ ਡਾਕੂਮੈਂਟ ਨਾਲ ਹੁੰਦੀ ਹੈ, ਗੱਲਾਂ ਨਾਲ ਨਹੀਂ ਹੁੰਦੀ। A to Z ਨਾਲ ਜਦੋਂ ਕਰਾਰ ਕੀਤਾ ਗਿਆ ਸੀਗਾ ਉਦੋਂ ਇਸ ਡੰਪ ਵਾਸਤੇ, ਉਦੋਂ ਇਹਦੀ ਪੋਜੀਸ਼ਨ ਕੁਝ ਹੋਰ ਸੀ, ਲੇਕਿਨ ਹੁਣ ਇਸ ਟਾਈਮ ਪੋਜੀਸ਼ਨ ਇਹਦੀ ਹੋਰ ਹੈ। ਇਹਦੀ ਇਸੇ ਪੋਜੀਸ਼ਨ ਕਰਕੇ ਜਿਹੜੇ ਉਹਦੇ ਕੰਮ ਤੋਂ ਸੈਟੀਸਫਾਈ ਨਹੀਂ ਸੀ, ਉਹਦਾ ਕਰਾਰ ਰੱਦ ਕੀਤਾ ਗਿਆ। ਉਹਦਾ ਕਰਾਰ ਰੱਦ ਕਰਨ ਤੋਂ ਬਾਅਦ ਜਿਹੜੀ ਦੂਸਰੀ ਕੰਪਨੀ ਹੈ ਉਹਨੂੰ ਸਿਰਫ ਲਿਫਟਿੰਗ ਦਾ ਹੀ ਹਜੇ ਦਿੱਤਾ ਗਿਆ ਸੀਗਾ, ਠੇਕਾ ਜਿਹੜਾ ਦਿੱਤਾ ਗਿਆ ਹੈ, ਪ੍ਰੋਸੈਸਿੰਗ ਦਾ ਠੇਕਾ ਹਜੇ ਨਹੀਂ ਦਿੱਤਾ ਗਿਆ ਕਿਸੇ ਨੂੰ। ਸਰ ਉਹੀ ਤਾਂ ਗੱਲ ਹੈ ਸਰ,
ਲਿਫਟਿੰਗ ਤਾਂ ਸਰ 95 ਵਾਰਡਾਂ 'ਚ ਕੂੜਾ ਗੱਡੀਆਂ ਚੱਕਿਆ ਇੱਥੇ ਪਹੁੰਚ ਗਿਆ, ਇੱਥੇ ਸੁੱਟਤਾ, ਔਰ ਪਿਛਲੇ 4 ਤੋਂ 5 ਮਹੀਨੇ ਤੋਂ ਉਹ ਲਿਫਟਿੰਗ ਸਿਰਫ ਹੋ ਰਹੀ ਹੈ, ਪ੍ਰੋਸੈਸਿੰਗ ਜਿਹੜੀ ਮੇਨ ਚੀਜ਼ ਹੋਣੀ ਚਾਹੀਦੀ ਹੈ ਸਰ ਉਹ ਹੋ ਹੀ ਨਹੀਂ ਰਹੀ। A to Z ਕੰਪਨੀ ਹੈ ਸਰ ਜਿਹੜੀ ਉਹਨਾਂ ਨਾਲ ਜਿਹੜਾ 2 ਮਹੀਨੇ ਪਹਿਲੇ ਹੀ ਹਟ ਗਈ, ਉਹਨੇ ਪਹਿਲੇ ਜਵਾਬ ਦੇ ਦਿੱਤਾ ਸੀਗਾ। ਉਸ ਤੋਂ ਬਾਅਦ ਜਿਹੜੀ ਦੂਜੀ ਕੰਪਨੀ ਹੈ ਕੋਈ ਵੀ ਉਹਨੂੰ ਸ਼ਰਤਾਂ ਦੇ ਨਾਲ ਹੀ ਲੈਣਾ ਪੈਂਦਾ। ਕਿਉਂ ਕਾਰਨ ਜਿਹੜੀਆਂ ਪਹਿਲੇ ਖਤਮ ਸਰ ਅਗਰ ਇੰਦੌਰ ਦੇ ਵਿੱਚ ਪੀਪੀ ਮੋੜ ਤੇ ਕੰਮ ਕਰਨ ਵਾਲੀ ਕੰਪਨੀ ਉਲਟਾ ਇੰਦੌਰ ਨੂੰ 1 ਕਰੋੜ 14 ਲੱਖ ਰੁਪਈਆ ਦੇ ਰਹੀ ਹੈ, ਕੋਈ ਪੈਸਾ ਲੈ ਨਹੀਂ ਰਹੀ, ਅਗਰ ਇੰਦੌਰ ਉਹ ਕੰਪਨੀਆਂ ਖੜੀਆਂ ਕਰ ਸਕਦਾ ਤਾਂ ਸਾਡਾ ਲੁਧਿਆਣਾ ਕਿਉਂ ਸક્ષਮ ਨਹੀਂ ਹੈ? ਇਹ ਸਮਾਰਟ ਸਿਟੀ ਨਹੀਂ ਹੈ। ਇਸ ਵਾਸਤੇ ਅਫਸਰ ਵੀ ਗਏ ਸੀ, ਮੇਅਰ ਸਾਹਿਬ ਵੀ ਗਏ ਸੀ, ਇੰਦੌਰ ਜਾ ਕੇ ਆਏ ਆ, ਉਹਦਾ ਪੈਟਰਨ ਦੇਖ ਕੇ ਆਏ ਆ। ਉਸ ਤੋਂ ਬਾਅਦ ਹੀ ਆ ਕੇ A to Z ਕੰਪਨੀ ਹੈ ਜਿਹੜੀ ਉਹਨਾਂ ਨੇ ਉਹਦਾ ਕਰਾਰ ਰੱਦ ਕੀਤਾ। ਉਹਨਾਂ ਦਾ ਕਰਾਰ ਰੱਦ ਕਰਨ ਤੋਂ ਬਾਅਦ ਦੂਸਰੀ ਕੰਪਨੀ ਨੂੰ ਉਹਨਾਂ ਨੇ ਕਿਹਾ ਬਾਅਦ ਵਿੱਚ ਟੈਂਡਰ ਲਗਾਇਆ, ਟੈਂਡਰ ਲੱਗੇ ਨਹੀਂ ਹੈ 3 ਵਾਰ। ਹੁਣ ਦੁਬਾਰਾ ਫਿਰ ਚੰਡੀਗੜ੍ਹ ਗਏ ਸੀ ਸਰ ਤਾਰੀਖ ਤੇ ਗੱਲਾਂ ਨਗਰ ਨਿਗਮ ਵੱਲੋਂ ਮਿਲਦੀਆਂ ਪਈਆਂ। ਸਰਕਾਰ ਦੇ ਜਿਹੜੇ ਕੰਮ ਹੈ 6 ਮਹੀਨੇ ਤੋਂ ਹਰ ਰੋਜ਼ 1100 ਮੈਟ੍ਰਿਕ ਟਨ ਇਸ ਡੰਪ ਤੇ ਆ ਰਿਹਾ ਵਾ। 1100 ਮੈਟ੍ਰਿਕ ਟਨ ਜਰਾ ਸੋਚ ਕੇ ਦੇਖੋ। ਜਿਹੜੇ ਸਰਕਾਰ ਦੇ ਕਰਾਰ ਹੁੰਦੇ ਆ, ਜਿਹੜੇ ਸਰਕਾਰ ਦੀਆਂ ਗੱਲਾਂ ਹੁੰਦੀਆਂ, ਅਫਸਰ ਸਾਹਿਬਾਨ ਹੈ, ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਲਾਕੇ ਦੇ ਲੋਕਾਂ ਲਈ ਪਾਣੀ, ਇਲਾਕੇ ਦੇ ਲੋਕਾਂ ਲਈ ਪਾਣੀ ਪੀਣ ਨੂੰ ਨਹੀਂ ਹੁਣ ਰਹਿ ਗਿਆ। ਅਸੀਂ ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕਰਦੇ। ਪੂਰਾ ਲੁਧਿਆਣਾ ਦਾ ਪਾਣੀ ਜ਼ਹਿਰੀਲਾ ਹੋ ਜਾਏਗਾ। ਕਾਨੂੰਨ ਅਥਾਰਟੀ ਤੋਂ ਵੀ ਲੈਣੀਆਂ ਪੈਂਦੀਆਂ, ਸਾਰਿਆਂ ਤੋਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ, ਚੰਡੀਗੜ੍ਹ ਤੋਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ। ਜਿਹੜੇ ਸਾਡੇ ਅਫਸਰ ਸਾਹਿਬਾਨ ਆ 6 ਮਹੀਨੇ ਲੱਗਣਗੇ ਸਰ 6 ਮਹੀਨੇ ਲੱਗਣਗੇ। ਜੇ ਆਦਮੀ ਮਰਦਾ ਪਿਆ ਹੋਵੇ ਅਸੀਂ 6 ਮਹੀਨੇ ਲਾਵਾਂਗੇ। ਜੇ ਅਸੀਂ A to Z ਨੂੰ ਕਰਾਰ ਦੇਣ ਤੋਂ ਪਹਿਲੇ ਇਹ ਸਾਰਾ ਕੰਮ ਕੀਤਾ ਹੁੰਦਾ, ਇਹਦੇ ਤੇ ਪੂਰਾ ਕੰਮ ਕਰਕੇ ਉਹਨਾਂ ਨੂੰ ਕਰਾਰ ਦਿੱਤਾ ਹੁੰਦਾ। ਅੱਜ ਨਾ ਤਾਂ ਇਹੀ ਤਾਂ ਮੈਂ ਕਹਿਣਾ, ਫਿਰ ਇਸ ਤੋਂ ਪਹਿਲੇ ਜਿਹੜੀਆਂ ਸਰਕਾਰਾਂ ਹੈਗੀਆਂ ਉਹਨਾਂ ਦਾ ਦੋਸ਼ ਹੈ। ਇਹੀ ਤਾਂ ਮੈਂ ਕਹਿਣਾ ਚਾਹੁੰਦਾ, ਕਿਸੇ ਦੀ ਗਲਤੀ ਨੂੰ ਸੁਧਾਰਨ ਵਾਸਤੇ ਕੋਈ ਧਿਆਨ ਨਹੀਂ ਚਾਹੀਦਾ। ਮਲਹੋਤਰਾ ਸਾਹਿਬ ਦੇਖੋ, ਸਰਕਾਰਾਂ ਤੇ ਦੋਸ਼ ਨਾ ਮੜੋ, ਮੇਰੀ ਗੱਲ ਧਿਆਨ ਨਾਲ ਸੁਣੋ। ਮੰਨਦਾ ਵਾ ਕਿ ਪਿਛਲੀ ਸਰਕਾਰ ਦੇ ਬੰਦਿਆਂ ਨੇ ਕੋਈ ਧਿਆਨ ਨਹੀਂ ਦਿੱਤਾ, ਮੰਨਦਾ ਵਾ ਕਿ ਇਹ ਸਰਕਾਰ ਦੇ ਬੰਦਿਆਂ ਨੇ ਨੁਮਾਇੰਦੇ ਨੇ ਕੋਈ ਧਿਆਨ ਨਹੀਂ ਦਿੱਤਾ, ਲੇਕਿਨ ਅਧਿਕਾਰੀ ਤਾਂ ਕਾਰਪੋਰੇਸ਼ਨ ਦੇ ਹੋਈ ਸੀ, ਧਿਆਨ ਦਿੱਤਾ ਜੀ। ਅਧਿਕਾਰੀ ਤਾਂ ਹੋਈ ਸੀ, ਅਧਿਕਾਰੀ ਤਾਂ ਹੋਈ ਸੀ, ਨਗਰ ਨਿਗਮ ਦੇ ਅਧਿਕਾਰੀ ਤਾਂ ਹੋਈ ਸੀ। ਜਿਹੜੇ ਉਹ ਅਧਿਕਾਰੀ ਸੀਗੇ ਉਹਨਾਂ ਨੇ ਨਾ ਉਦੋਂ ਆਵਾਜ਼ ਚੁੱਕੀ ਨਾ ਹੁਣ ਆਵਾਜ਼ ਚੁੱਕੀ। ਜਦੋਂ ਤੱਕ ਅਧਿਕਾਰੀਆਂ ਦੀ ਸੈਲਰੀ ਸੀਜ਼ ਨਹੀਂ ਕੀਤੀ ਜਾਏਗੀ, ਮੈਂ ਨਹੀਂ ਸਮਝਦਾ, ਕਿਉਂਕਿ ਅਧਿਕਾਰੀ ਸਮਝ ਨਹੀਂ ਰਹੇ ਆਪਣੀ ਜ਼ਿੰਮੇਵਾਰੀ ਕੀ ਹੈ। ਦੇਖੋ, ਜੇ ਥੋੜਾ ਜਿਹਾ ਵੀ ਪਿਆਰ ਹੋਏ ਆਪਣੇ ਲੁਧਿਆਣੇ ਸ਼ਹਿਰ ਨਾਲ, ਮੇਰੀ ਇਹੀ ਬੇਨਤੀ ਹੈ ਕਿ ਜਾਗ ਜਾਓ, ਆਪਣੀ ਜ਼ਮੀਰ ਨੂੰ ਜਗਾ ਲਓ। 10 ਦਿਨ ਤੋਂ ਪਹਿਲੇ ਜਿਹੜੀ ਰਿਪੋਰਟ ਆਈ ਹੈ, ਰਿਪੋਰਟ ਆਉਣ ਤੋਂ ਬਾਅਦ ਸਾਰਾ ਸਰਵੇ ਕਰਾਇਆ ਆਪਣੇ ਇਲਾਕੇ ਦਾ, ਜਿਹੜਾ 2 ਕਿਲੋਮੀਟਰ ਵਾਲਾ, ਉਹਦੇ ਵਾਸਤੇ ਉਹਨਾਂ ਨੇ ਸਾਰਾ ਖਾਕਾ ਤਿਆਰ ਕੀਤਾ, ਖਾਕਾ ਤਿਆਰ ਕਰਕੇ ਦਿੱਤਾ। ਹਜੇ ਆ ਤੁਹਾਡੇ ਸਾਹਮਣੇ 1 ਹਫ਼ਤਾ ਪਹਿਲੇ ਰਿਪੋਰਟ ਆਈ ਹੈ ਇਸ ਗੱਲ ਦੀ। ਸਰ 2 ਕਿਲੋਮੀਟਰ ਦਾ ਪਾਣੀ ਜ਼ਹਿਰੀਲਾ ਹੋ ਚੁੱਕਾ। ਸਰ ਮੈਂ ਕਿਹਾ ਜੀ ਉਹਨਾਂ ਨੂੰ ਬੁਲਾ ਕੇ ਸਾਰਿਆਂ ਨੂੰ ਸਰਵੇ ਕਰਾਇਆ, ਸਾਰਾ ਲਿਖ ਦਿੱਤਾ, ਸਾਰੀ ਰਿਪੋਰਟ ਦਿੱਤੀ ਹੈ। ਸਰ ਮੈਂ 6 ਮਹੀਨੇ ਪਹਿਲਾਂ ਕਹਿਤਾ ਸੀ ਇੱਥੇ ਆ ਕੇ, 6 ਮਹੀਨੇ ਪਹਿਲਾਂ ਕਹਿਤਾ ਸੀ ਕਿ ਪਾਣੀ ਜ਼ਹਿਰੀਲਾ ਹੋ ਰਿਹਾ, ਜ਼ਮੀਨ ਜ਼ਹਿਰੀਲੀ ਹੋ ਰਹੀ ਹੈ। ਸਾਰੇ ਏਰੀਆ ਦਾ ਕੰਮ ਹੈ, ਇਹਨੂੰ ਕਰਨ ਵਾਸਤੇ ਵੀ ਟਾਈਮ ਚਾਹੀਦਾ ਹੈ। ਸਰ ਅੱਜ ਕੂੜੇ ਦਾ ਡੰਪ ਕੋਈ 1 ਦਿਨ 'ਚ ਤਾਂ ਲੱਗ ਨਹੀਂ ਗਏ, ਅੱਜ 20-25 ਸਾਲਾਂ ਤੋਂ ਹੈ ਸਰ ਲੇਕਿਨ ਜ਼ਿੰਮੇਦਾਰ ਨਿਗਮ ਅਧਿਕਾਰੀ ਹੈ। ਸਰ ਜ਼ਿੰਮੇਦਾਰ ਨਿਗਮ ਅਧਿਕਾਰੀ ਹੈ। ਸਰਕਾਰਾਂ ਤਾਂ ਆਂਦੀਆਂ ਜਾਂਦੀਆਂ ਰਹਿਣਗੀਆਂ, ਲੇਕਿਨ ਜ਼ਿੰਮੇਦਾਰ ਅਧਿਕਾਰੀ ਕਿੱਥੇ ਹੈ? ਜ਼ਿੰਮੇਦਾਰ ਅਧਿਕਾਰੀ ਕਿੱਥੇ ਹੈ? ਸਾਡੇ ਵੀਰ ਖੜੇ ਨੇ, ਮੀਡੀਆ ਵਾਲੇ ਵੀ ਖੜੇ ਨੇ, ਤੁਸੀਂ ਵੀ ਖੜੇ ਹੋ। ਸਰ ਮੀਡੀਆ ਦਾ ਫੋਰਸ ਤਾਂ ਡੈਮੋਕ੍ਰੇਸੀ ਹੈ, ਉਹ ਤਾਂ ਆਪਣਾ ਰੋਲ ਅਦਾ ਕਰ ਰਹੇ ਹੈ, ਲੇਕਿਨ ਅਧਿਕਾਰੀ ਕਾਰਪੋਰੇਸ਼ਨ ਗਲਾਡਾ ਉਹ ਕਿੱਥੇ ਹੈ? ਤੁਸੀਂ ਸਿਰਫ ਔਰ ਸਿਰਫ ਜਿਹੜੀ ਸਰਕਾਰ ਹੈ ਉਹਦੇ ਤੇ ਬਾਨੋ, ਜਿਹੜੇ ਸਰਕਾਰ ਦੇ ਵਿੱਚ ਕਰਮਚਾਰੀ ਬੈਠੇ ਜਿਨ੍ਹਾਂ ਦਾ ਇਹ ਕੰਮ ਹੈ, ਜਿਨ੍ਹਾਂ ਦੇ ਮਗਰ ਅਸੀਂ ਲੱਗ ਕੇ ਇਸ ਕੰਮ ਨੂੰ ਕੀਤਾ 3 ਸਾਲ ਲੱਗ ਗਏ। ਕਦੋਂ ਤੱਕ ਅਸੀਂ ਦੋਸ਼ ਦੂਜਿਆਂ ਨੂੰ ਦਿੰਦੇ ਰਹਾਂਗੇ? ਦੂਜਿਆਂ ਨੂੰ ਦੇਣਾ ਦੇ ਵਾਸਤੇ ਸਾਨੂੰ ਸਾਰਿਆਂ ਨੂੰ ਮੈਂ ਕਹਾਣੀ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ। ਸਾਰਿਆਂ ਨੂੰ ਮੈਂ ਕਹਾਣੀ ਤੁਹਾਨੂੰ ਸੁਣਾਉਣਾ। ਇੱਕ ਲੇਡੀ ਦੇ ਰਾਤ ਨੂੰ ਨਾ ਹਸਬੈਂਡ ਨੂੰ ਕੁਝ ਲੋਕਾਂ ਨੇ ਘੇਰ ਲਿਆ, ਨਾਲ ਉਹ ਲੇਡੀ ਸੀ, ਉਹਨਾਂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ। ਉਹ ਲੇਡੀ ਭੱਜੀ ਇੱਕ ਚੌਂਕੀ ਗਈ। ਉਹ ਚੌਂਕੀ ਵਾਲੇ ਕਹਿੰਦੇ ਕਿ ਸਾਡੇ ਅੰਡਰ ਨਹੀਂ ਏਰੀਆ ਪੈਂਦਾ, ਦੂਜੀ ਚੌਂਕੀ ਜਾ। ਦੂਜੀ ਵਾਲੇ ਕਹਿੰਦੇ ਸਾਡੇ ਨਹੀਂ ਪੈਂਦਾ। ਜਦੋਂ 2-4 ਘੰਟੇ ਧੱਕੇ ਖਾਣ ਤੋਂ ਆਪਣੇ ਘਰ ਵਾਲੇ ਨੂੰ ਬਚਾਉਣ ਆਈ, ਉਹ ਤੱਕ ਬਦਮਾਸ਼ ਉਹਨੂੰ ਮਾਰ ਚੁੱਕੇ ਹੋਏ ਸੀ। ਸੋ ਇਹੋ ਹਾਲ ਨਗਰ ਨਿਗਮ ਕਹਿੰਦਾ ਸਾਡੀ ਗਲਤੀ ਨਹੀਂ, ਅਧਿਕਾਰੀਆਂ ਦੀ ਗਲਤੀ, ਅਧਿਕਾਰੀ ਕਹਿੰਦਾ ਸਾਡੀ ਨਹੀਂ, ਗਲਾਡਾ ਦੀ ਹੈ। ਸੋ ਉਹਦੇ ਵਿੱਚ ਪਿਸਦਾ ਕੌਣ ਪਿਆ? ਲੁਧਿਆਣਾ। ਇਹ ਪਹਾੜ ਤੁਹਾਨੂੰ ਦਿਖਾਉਣ ਦਾ ਇਹੀ ਹੋਇਆ ਕਿ ਇਹ ਪਹਾੜ ਦਿੱਲੀ ਦੇ, ਜੀ ਹਾਂ ਦਿੱਲੀ ਦੇ ਜਦੋਂ ਕਰਨਾਲ ਬਾਈਪਾਸ ਆਉਂਦਾ ਵਾ ਉਸ ਤੋਂ ਵੱਡੇ ਪਹਾੜ ਨੇ। ਮੈਂ ਅੱਜ ਗੁਹਾਰ ਲਗਾਨਾ ਵਾ ਲੁਧਿਆਣੇ ਦੇ ਹਰ ਇੱਕ ਇੰਡਸਟਰੀਜ਼ ਨੂੰ। ਅੱਜ ਮੈਂ ਗੁਹਾਰ ਲਗਾਨਾ A1 ਨੂੰ, ਹੀਰੋ ਸਾਈਕਲਸ ਗਰੁੱਪ ਨੂੰ। ਅੱਜ ਮੈਂ ਗੁਹਾਰ ਲਗਾਨਾ ਵਰਧਮਾਨ ਨੂੰ, ਵੱਡੇ ਇੰਡਸਟਰੀਜ਼ ਨੂੰ ਕਿ ਬਚਾ ਸਕਦੇ ਹੋ ਤਾਂ ਬਚਾਓ ਆਪਣੇ ਸ਼ਹਿਰ ਨੂੰ, ਅੱਗੇ ਆਓ, ਆਵਾਜ਼ ਚੱਕੋ। ਉਹਦੇ ਨਾਲ ਮੈਂ ਆਵਾਜ਼ ਚੱਕਣਾ ਚਾਹਨਾ, ਮੈਂ ਗੁਹਾਰ ਲਗਾਨਾ ਵਾ ਉਹ ਡਾਈਂਗ ਵਾਲਿਆਂ ਨੂੰ ਜਿਨ੍ਹਾਂ ਨੇ ਕੈਮੀਕਲ ਵਾਲਾ ਪਾਣੀ ਗੰਦੇ ਨਾਲੇ ਦੇ ਵਿੱਚ ਸੁੱਟਿਆ ਹੋਇਆ ਵਾ। ਉਹ ਡਾਈਂਗ ਵਾਲੇ ਜਿਨ੍ਹਾਂ ਨੇ ਜ਼ਮੀਰ, ਜਿਹਨਾਂ ਨੇ PCB ਕੋਈ ਲਗਾਮ ਨਹੀਂ ਲਗਾਉਂਦਾ ਪਿਆ, ਉਹ ਡਾਈਂਗ ਵਾਲਾ ਪਾਣੀ। ਤੁਸੀਂ ਇਹਦੇ ਬਾਰੇ ਨਹੀਂ ਕਿਹਾ। ਤੁਸੀਂ ਦੇਖੋ MLA ਸਾਹਿਬ ਸੰਜੇ ਤਲਵਾੜ ਜੀ ਨੇ, ਸਾਰਿਆਂ ਨੇ ਇਹਦੇ ਵਾਸਤੇ ਐਫਰਟ ਕੀਤੇ। ਸਰ ਬੇਨਤੀ ਇਹੀ ਹੈ ਕਿ ਇਹਨਾਂ ਦੀ ਆਵਾਜ਼ ਚੁੱਕੀ ਜਾਵੇ, ਇਹਦਾ ਹੱਲ ਲੋਕਾਂ ਨੂੰ ਹੱਲ ਚਾਹੀਦਾ। ਧੰਨਵਾਦ। ਤਾਂ ਸੁਣਿਆ ਤੁਸੀਂ ਕਿ ਕਿਸ ਤਰ੍ਹਾਂ ਦੋਨਾਂ ਦੇ ਵਿਚਕਾਰ ਬਹਿਸ ਹੁੰਦੀ ਹੈ ਤੇ ਕਾਉਂਸਲਰ ਸਾਹਿਬਾਨ ਦਾ ਕੀ ਤਰਕਾ ਹੈ ਇਹਨਾਂ ਕੂੜਿਆਂ ਦੇ ਪਹਾੜ ਤੇ। ਤਾਂ ਇਹ ਲੁਧਿਆਣੇ ਦੇ ਵਿੱਚੋਂ ਇਹ ਨਰਕ ਜਾਏਗਾ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ। ਉਨੀ ਦੇਰ ਤੱਕ ਸਾਨੂੰ ਦਿਓ ਇਜਾਜ਼ਤ। ਕੈਮਰਾਮੈਨ ਸਤਵੰਤ ਮਠੌੜ ਦੇ ਨਾਲ ਸਰਨਜੀਤ ਸਿੰਘ ਭੱਲਾ, ਲੁਧਿਆਣਾ।